ਕੁਛ ਧੀਰ ਧਰ ਅਰ ਰਹੇ ਲਖ ਸ੍ਰੀ ਗੋਬਿੰਦ ਸਿੰਘ। ਕੁਛ ਕੁ ਹੌਸਲਾ ਕਰਕੇ ਦੁਸ਼ਮਣ ਸਾਹਮਣੇ ਖੜੇ ਰਹੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੇਖ ਕੇ ਅੰਦਰੋਂ ਹੌਸਲੇ ਪਸਤ ਹੋ ਚੁੱਕੇ ਸਨ, ਪਰ ਬਾਹਰੋਂ ਆਪਣਾ ਹੌਸਲਾ ਵਿਖਾ ਰਹੇ ਸਨ। ਦੀਨ ਤੁਫੰਗ ਸੁਦਾਸ ਕੋ ਗਰਜੇ ਸ੍ਰੀ ਰਣ ਸਿੰਘ। ਦਸਵੇਂ ਪਾਤਸ਼ਾਹ ਜੋ ਜੰਗ ਦੇ ਮੈਦਾਨ ਦੇ ਬੱਬਰ ਸ਼ੇਰ ਹਨ, ਉਹਨਾਂ ਨੇ ਆਪਣੀ ਬੰਦੂਕ ਜਿਹਦੇ ਨਾਲ ਦਿਆਲ ਚੰਦ ਬਿਜੜਵਾਲੀਏ ਨੂੰ ਮਾਰਿਆ ਸੀ, ਵਾਪਸ ਸੇਵਾਦਾਰ ਨੂੰ ਫੜਾ ਦਿੱਤੀ ਹੈ ਤੇ ਆਪ ਬੱਬਰ ਸ਼ੇਰ ਤਰ੍ਹਾਂ ਗਰਜੇ ਹਨ। ਹੁਣ ਮਹਾਰਾਜ ਨੇ ਬੰਦੂਕ ਛੱਡ ਦਿੱਤੀ ਹੈ ਤੇ ਤੀਰ ਕਮਾਨ ਹੱਥ ਵਿੱਚ ਲੈ ਲਿਆ ਤੇ ਘੋੜੇ ਨੂੰ ਅੱਡੀ ਲਾਈ ਹੈ ਔਰ ਦੁਸ਼ਮਣ ਦੇ ਸਾਹਮਣੇ ਜੰਗ ਦੇ ਜਿੱਤਣ ਦੀ ਆਸ ਲੈ ਕੇ ਗਰਜੇ ਹਨ। ਬੜੀ ਫੁਰਤੀ ਦੇ ਨਾਲ ਪੱਥੇ ਦੇ ਵਿੱਚੋਂ ਔਰ ਤਿੱਖਾ ਤੀਰ ਕੱਢ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਗ ਕੋਬਰਾ ਕਾਲਾ ਨਾਗ ਛੱਡਿਆ ਹੈ ਔਰ ਚਿੱਲੇ ਚਾੜ ਕੇ ਕੰਨਾਂ ਤਾਈਂ ਖਿੱਚ ਕੇ ਬੜੇ ਗੁੱਸੇ ਨਾਲ ਵੀਰ ਰਸ ਨਾਲ ਮਹਾਰਾਜ ਤੀਰ ਛੱਡਦੇ ਹਨ। ਕਹਿੰਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਮਾਨ ਵਿੱਚੋਂ ਤੀਰ ਚੱਲ ਕੇ ਛੂਕਦੇ ਹੋਏ ਦੁਸ਼ਮਣ ਵੱਲ ਜਾ ਰਹੇ ਹਨ, ਜਿਸ ਨੂੰ ਵੇਖ ਕੇ ਦਿਆਲ ਚੰਦ ਬਿਜੜਵਾਲੀਏ ਦੀ ਅਲਫ ਖਾਨ ਦੀ ਫੌਜ ਭੈ ਭੀਤ ਹੋ ਗਈ ਹੈ। ਸ਼ਤਰੂਆਂ ਦੇ ਦਲ ਦੇ ਵਿੱਚ ਬੜਾ ਭਾਰੀ ਰੌਲਾ ਮਚ ਗਿਆ ਹੈ, ਭੈ ਭੀਤ ਹੋ ਗਏ ਹਨ, ਡਰ ਗਏ ਹਨ ਵੈਰੀ। ਇੱਧਰ ਉੱਧਰ ਵੇਖਦੇ ਹਨ, ਕੋਈ ਸਹਾਰਾ ਨਹੀਂ ਨਜ਼ਰ ਆਉਂਦਾ ਪਹਾੜੀਆਂ ਨੂੰ। ਫਿਰ ਸਤਿਗੁਰੂ ਜੀ ਨੇ ਪੱਥੇ ਵਿੱਚੋਂ ਦੂਸਰਾ ਤੀਰ ਕੱਢਿਆ ਹੈ। ਮਹਾਰਾਜ ਨੇ ਕਮਾਨ ਦੇ ਚਿੱਲੇ ਚਾੜ ਕੇ ਕੰਨਾਂ ਤਾਈਂ ਖਿੱਚਿਆ ਹੈ। ਚਰੜ ਕਰਦੇ ਕਮਾਨ ਵਿੱਚੋਂ ਤੀਰਾਂ ਦੀ ਬਰਖਾ ਸ਼ੁਰੂ ਹੋਈ ਹੈ। ਕਹਿੰਦੇ ਛਾੜ ਕਰਦੇ ਤੀਰ ਜਾਂਦੇ ਆ ਤੇ ਵੀਰ ਬਰੜਾ ਰਹੇ ਹਨ ਤੀਰਾਂ ਤੋਂ ਮਾਰ ਖਾ ਕੇ। ਮਹਾਰਾਜ ਵੈਰੀ ਨੂੰ ਤੱਕ ਕੇ ਖਿੱਚ ਕੇ ਛਾਤੀ 'ਚ ਤੀਰ ਮਾਰਦੇ ਹਨ। ਕਹਿੰਦੇ ਭੈ ਭੀਤ ਹੋ ਕੇ ਦੁਸ਼ਮਣਾਂ ਦੇ ਸਰੀਰ ਕੰਬਦੇ ਹਨ, ਕੰਬਣੀਆਂ ਛਿੜ ਗਈਆਂ ਹਨ। ਬੜੀ ਸ਼ੀਘਰਤਾ ਦੇ ਨਾਲ, ਬੜੀ ਫੁਰਤੀ ਦੇ ਨਾਲ ਮਹਾਰਾਜ ਤੀਰ ਚਲਾਉਂਦੇ ਹਨ, ਜਿਨ੍ਹਾਂ ਦੇ ਸਰੀਰ 'ਚ ਤੀਰ ਲੱਗਦੇ ਸਾਰ ਪਾਰ ਲੰਘ ਜਾਂਦੇ ਹਨ। ਮਹਾਰਾਜ ਦੇ ਸੂਰਮੇ ਕੰਨਾਂ ਦੇ ਖਿੱਚ ਬਾਣ ਛੱਡਦੇ ਹਨ। ਕਹਿੰਦੇ ਜਦੋਂ ਤੀਰ ਚੱਲਦੇ ਹਨ, ਵੈਰੀਆਂ ਦੀ ਛਾਤੀਆਂ ਦੇ ਵਿੱਚੋਂ ਦੀ ਪਾਰ ਲੰਘ ਜਾਂਦੇ ਹਨ। ਕਹਿੰਦੇ ਸੂਰਮੇ ਘੋੜਿਆਂ ਤੋਂ ਧੜਮ ਕਰਕੇ ਡਿੱਗਦੇ ਤੇ ਹਾਏ ਕਰਦੇ ਹਨ। ਇਸ ਤਰ੍ਹਾਂ ਸੱਜੇ ਹੱਥ ਨਾਲ ਮਹਾਰਾਜ ਜੀ ਨੇ 4 ਤੀਰ ਚਲਾਏ ਹਨ। ਵੈਰੀਆਂ ਦੀ ਫੌਜ ਵਿੱਚ ਬੜੇ ਗੁੱਸੇ ਨਾਲ ਮਾਰੇ ਹਨ। ਫਿਰ ਖੱਬੇ ਹੱਥ ਨਾਲ ਵੀ 3 ਤੀਰ ਚਲਾਉਣ ਲੱਗੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋ ਮਹਾਰਾਜ ਵਿਦਿਆ ਦੇ ਪ੍ਰਵੀਨ ਹਨ। ਇਹ ਕਥਾ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਸ੍ਰੀ ਬਚਿੱਤਰ ਨਾਟਕ ਵਿੱਚ ਵੀ ਲਿਖੀ ਹੈ ਕਿ ਅਸੀਂ ਪਹਿਲਾਂ ਬੰਦੂਕ ਦੇ ਨਾਲ ਬਿਜੜਵਾਲੀਏ ਦਿਆਲ ਚੰਦ ਨੂੰ ਮਾਰਿਆ ਤੇ ਫਿਰ ਅਸੀਂ ਆਪਣੇ ਕਮਾਨ ਤੋਂ 7 ਤੀਰ ਚਲਾਏ। 4 ਸੱਜੇ ਹੱਥ ਨਾਲ ਚਲਾਏ, 3 ਖੱਬੇ ਨਾਲ ਚਲਾਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਤੀਰ ਨਾਲ 7 8 10 ਦੇ ਸਰੀਰ ਵਿੰਨ ਸੁੱਟੇ ਹਨ। ਜਦੋਂ ਮਹਾਰਾਜ ਸਾਹਿਬ ਜੀ ਤੀਰ ਚਲਾਉਂਦੇ ਹਨ, ਵੈਰੀਆਂ ਦੇ ਅੰਗ ਭੰਗ ਕਰ ਸੁੱਟਦੇ ਹਨ। ਔਰ ਕਹਿੰਦੇ ਚਿਹਰਾ ਲਾਲੋ ਲਾਲ ਹੋਇਆ, ਵੀਰ ਰਸ ਨਾਲ ਰੰਗੇ ਹੋਏ ਕਲਗੀਧਰ ਪਾਤਸ਼ਾਹ ਜੀ ਮਹਾਰਾਜ। ਕਹਿੰਦੇ ਵੈਰੀ ਦੀ ਫੌਜ ਦੇ ਸਾਹਮਣੇ ਬੱਬਰ ਸ਼ੇਰ ਤਰ੍ਹਾਂ ਗਰਜ ਕੇ ਗਏ ਹਨ ਕਲਗੀਧਰ ਜੀ।
ਮਹਾਰਾਜ ਦਾ ਘੋੜਾ ਧਰਤੀ ਤੇ ਪੈਰ ਨਹੀਂ ਲਾਂਦਾ, ਬੜੀ ਚੰਚਲਤਾ ਦੇ ਨਾਲ ਦੌੜਦਾ ਹੈ। ਹੀਲ ਘਾਲ ਕਰ ਧੂਮ ਧਾਮ, ਵੱਡਾ ਭਾਰੀ ਹੱਲਾ ਕਰਕੇ ਧੂਮ ਧਾਮ ਮਚਾ ਰਹੇ ਹਨ। ਜੇ ਸਮੀਪ ਨਹਿ ਦੇ ਆਰਾਮ, ਕਹਿੰਦੇ ਦੁਸ਼ਮਣ ਨੂੰ ਆਰਾਮ ਨਹੀਂ ਲੈਣ ਦਿੱਤਾ, ਟਿਕਣ ਦੇ ਦਿੱਤਾ। ਤੇ ਜਿਹੜੀ ਉਹ ਲੱਕੜ ਦੀ ਵਾੜ ਕਰੀ ਹੋਈ ਸੀ ਅਲਫ ਖਾਨ ਨੇ ਪਹਾੜ ਦੀ ਚੋਟੀ ਉੱਤੇ, ਉੱਥੇ ਜਾ ਪਹੁੰਚੇ ਹਨ। ਧੀਰਜ ਛੁਰਾਏ ਦਲ ਕੋ ਭਜਾਏ, ਦੁਸ਼ਮਣ ਦੇ ਦਲ ਦਾ ਹੌਸਲਾ ਤੋੜ ਦਿੱਤਾ ਹੈ ਕਲਗੀਧਰ ਪਾਤਸ਼ਾਹ ਦੇ ਤੀਰਾਂ ਨੇ, ਤੇ ਹੁਣ ਭੱਜ ਕੇ ਵੈਰੀ ਉਸ ਵਾੜ ਦੇ ਵਿੱਚ ਵੜ ਗਏ ਹਨ। ਕਰ ਬਾਮ ਬਾਨ ਤ੍ਰੈ ਕੋ ਚਲਾਏ, ਖੱਬੇ ਹੱਥ ਨਾਲ ਮਾਰੇ ਨੇ ਤਿੰਨ ਤੀਰ ਚਲਾਏ ਹਨ, 4 ਸੱਜੇ ਨਾਲ ਤੇ 3 ਤੀਰ ਖੱਬੇ ਨਾਲ ਛੱਡੇ ਹਨ। ਕੀ ਸਹਾਇ ਲੈ ਭੀਮ ਚੰਦ, ਰਾਜਾ ਭੀਮ ਚੰਦ ਕਲਗੀਧਰ ਪਾਤਸ਼ਾਹ ਦੀ ਮਦਦ ਲੈ ਕੇ, ਸਤਿਗੁਰੂ ਜੀ ਦੀ ਬਖਸ਼ਿਸ਼ ਲੈ ਕੇ ਵੀਰਾਨ ਬਿੰਗਾਰ ਧੀਰਜ ਬਿਲੰਦ, ਆਪਣੇ ਯੋਧਿਆਂ ਨੂੰ ਵੰਗਾਰ ਰਿਹਾ ਵੀ ਛੇਤੀ ਕਰੋ, ਰਲ ਕੇ ਆਪਾਂ ਨਦੌਣ ਦਾ ਕਿਲਾ ਫਤਿਹ ਕਰ ਲਈਏ। ਪੂਰਨ ਚਲਾਏ ਮੋਰਨ ਮਨਿੰਦ, ਸੂਰਮਿਆਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਦੀ ਫੌਜ ਤੇ ਭੀਮ ਚੰਦ ਦੀ ਫੌਜ ਨਾਲ ਪ੍ਰਿਥੀ ਚੰਦ ਦੀ ਤੇ ਰਾਮ ਸਿੰਘ ਦੀ ਫੌਜ ਇਕੱਠੀ ਹੈ। ਦੂਜੇ ਪਾਸੇ ਕਿਰਪਾਲ ਚੰਦ ਕਟੋਚੀਏ, ਦਿਆਲ ਚੰਦ ਬਿਜੜਵਾਲੀਏ ਤੇ ਅਲਫ ਖਾਨ ਦੀ ਫੌਜ ਇਕੱਠੀ ਹੈ। ਇਹ 2 ਦਿਨਾਂ ਦਾ ਮੁਕਾਬਲਾ ਨਦੌਣ ਦੇ ਮੈਦਾਨ ਵਿੱਚ ਹੋ ਰਿਹਾ ਹੈ। ਘੋੜਿਆਂ ਨੂੰ ਮੋਹਰਾਂ ਤਾਂ ਨਚਾਉਂਦੇ ਹੋਏ ਸੂਰਮੇ ਉੱਪਰ ਜਾ ਚੜੇ ਹਨ। ਕਹਿ ਮਾਰ ਮਾਰ ਉਮੰਡੇ ਨਰਿੰਦ, ਮਾਰ ਲਓ ਕਰਦੇ ਸੂਰਮੇ ਉਮੜ ਕੇ ਆ ਪਏ ਹਨ। ਪਹਾੜੇ ਦੇ ਸੂਰਮੇ 22 ਧਾਰ ਦੇ ਰਾਜਪੂਤ ਰਾਜੇ ਆਪਸ 'ਚ ਲੜ ਰਹੇ ਹਨ। ਇਹੋ ਤੇ ਕਟੋਚ ਕਿਰਪਾਲ ਆਦ, ਦੂਜੇ ਪਾਸੇ ਕਿਰਪਾਲ ਚੰਦ ਕਟੋਚੀਆ ਕਾਂਗੜੇ ਦਾ ਰਾਜਾ, ਹਲ ਗਏ ਪਾਏ ਬਾਛੇ ਵਿਵਾਦ, ਉਹ ਆਪਣੀ ਫੌਜ ਦੇ ਪੈਰ ਹਿੱਲਦੇ ਵੇਖ ਰਿਹਾ ਹੈ। ਉਹਦੀ ਫੌਜ ਪਿਛਾਂ ਨੂੰ ਹਟ ਰਹੀ ਹੈ, ਵੜ ਰਹੀ ਹੈ ਉਸ ਕਿਲੇ ਦੇ ਵਿੱਚ ਜਿਹੜਾ ਲੱਕੜ ਦਾ ਬਣਾਇਆ ਹੋਇਆ ਹੈ। ਪੱਟ ਬਲੀ ਗਇਓ ਮਰ ਫਿਰਹਿ ਕੋਏ, ਬਹੁਤ ਵੱਡਾ ਸੂਰਮਾ ਦਿਆਲ ਚੰਦ ਬਿਜੜਵਾਲੀਆ ਮਾਰਿਆ ਗਿਆ। ਹੁਣ ਕੌਣ ਗੁਰੂ ਦਾ ਮੁਕਾਬਲਾ ਕਰੇਗਾ? ਕੋ ਪ੍ਰਤਾਪ ਨੇ ਸਹਿ ਸੋਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਰਾਂ ਦਾ ਪ੍ਰਤਾਪ ਕਿਸੇ ਕੋਲੋਂ ਝੱਲਿਆ ਨਹੀਂ ਜਾ ਰਿਹਾ, ਕੋਈ ਸਹਿ ਨਹੀਂ ਪਾ ਰਿਹਾ। ਖੇਤ ਬਾਰ ਕੀ ਕਰ ਸੰਭਾਰ, ਕਹਿੰਦੇ ਖੇਤ ਦੀ ਵਾੜ ਛੱਡ ਕੇ ਮੈਦਾਨੇ ਜੰਗ ਵਿੱਚੋਂ ਹੱਥ ਸਨੇ ਸਨੇ ਲੜਤੇ ਜੁਝਾਰ, ਸੂਰਮੇ ਸਹਿਜੇ ਸਹਿਜੇ ਲੜਦੇ ਜਾ ਰਹੇ ਹਨ। ਪੱਠ ਗੜ ਉਤੰਗ ਥਲ ਗਾੜ ਜੋਏ, ਜਿਹੜਾ ਲੱਕੜ ਦਾ ਕਿਲਾ ਉੱਚੀ ਥਾਂ ਤੇ ਬਣਿਆ ਹੋਇਆ ਹੈ, ਭਾਜ ਪ੍ਰਵੇਸ਼ੇ ਜਾਏ ਸੋਏ, ਉਹਦੇ ਵਿੱਚ ਜਾ ਪ੍ਰਵੇਸ਼ ਕੀਤਾ ਹੈ। ਭੱਜ ਕੇ ਵੜ ਗਏ ਹਨ ਦਿਆਲ ਚੰਦ ਦੀ ਫੌਜ ਦੇ ਸਿਪਾਹੀ, ਅਲਫ ਖਾਨ ਦੀ ਫੌਜ ਦੇ ਸਿਪਾਹੀ ਤਤ ਥਿਰੰਤ ਬਾਹਰ ਸੁਪਟ, ਤੇ ਕਈ ਸੂਰਮੇ ਬਾਹਰ ਖਲੋਂਦੇ ਹਨ। ਵਿਖ ਹਿਲੇ ਪਾਏ ਤਿੰਨ ਕੋ ਦਬਟ, ਕਹਿੰਦੇ ਮਹਾਰਾਜ ਦਾ ਪ੍ਰਤਾਪ ਵੇਖ ਕੇ ਉਹਦੇ ਪੈਰ ਹਿੱਲ ਗਏ ਨੇ ਤੇ ਉਹ ਅੰਦਰ ਜਾ ਵੜੇ ਹਨ। ਇੱਕ ਬਾਰ ਕੜਾ ਕਰ ਛੁੱਟ ਤੁਫੰਗ, ਇੱਕੋ ਵਾਰੀ ਕਾੜ ਬੰਦੂਕਾਂ ਚੱਲੀਆਂ ਹਨ। ਕਾਨ ਲਗਤ ਕਰ ਅੰਗ ਭੰਗ, ਗੋਲੀਆਂ ਲੱਗ ਕੇ ਸਰੀਰਾਂ ਦੇ ਅੰਗ ਭੰਗ ਹੋ ਰਹੇ ਹਨ। ਕਾਟੇ ਕਿਰਪਾਨ ਕਾਟੇ ਸ਼ਰੀਰ, ਤਲਵਾਰਾਂ ਕੱਢ ਕੇ ਸਰੀਰ ਵੱਢ ਸੁੱਟੇ ਹਨ। ਕਾਟੇ ਉਮੰਗ ਲਖ ਜੀਤ ਵੀਰ, ਯੋਧਿਆਂ ਨੂੰ ਆਪਣੀ ਜਿੱਤ ਦਾ ਹੌਸਲਾ ਹੋ ਗਿਆ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਆਪ ਮੈਦਾਨੇ ਜੰਗ ਵਿੱਚ ਆ ਗਏ ਨੇ। ਸਿੱਖਾਂ ਦਾ ਤੇ ਭੀਮ ਚੰਦ ਦਾ ਹੌਸਲਾ ਵੱਧ ਗਿਆ ਹੈ। ਵਜਨ ਬਾਜ ਉਤਸਾਹ ਹੇਤ, ਉਤਸ਼ਾਹ ਵਾਸਤੇ ਬੜੇ ਮਾਰੂ ਬਾਜੇ ਨਗਾਰੇ ਰਣ ਸਿੰਘੇ ਵੱਜਣ ਲੱਗੇ ਹਨ। ਸਭ ਵਧੇ ਅਗਰ ਲਿਏ ਜੁੱਧ ਖੇਤ, ਕਹਿੰਦੇ ਸਾਹਮਣੇ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਲੜ ਰਹੇ ਹਨ। ਲਈ ਲੋਟ ਪੋਥਨ ਕਰਾਲ, ਕਹਿੰਦੇ ਲਾਸ਼ਾਂ ਤੇ ਲਾਸ਼ਾਂ ਚੜ ਗਈਆਂ, ਲੋਥ ਪੋਥਨਾ ਹੋ ਗਈ ਹੈ। ਤਨ ਮਾਸ ਖਾਤ ਕੁੱਕਰ ਸਿੰਗਰਾਲ, ਆ ਕੁੱਤੇ ਤੇ ਗਿੱਦੜ ਮਾਸ ਖਾ ਰਹੇ ਹਨ। ਗਨ ਗ੍ਰਿਤ ਬ੍ਰਿਤ ਪਰਮਤ ਆਕਾਸ਼, ਬਹੁਤ ਸਾਰੀਆਂ ਗਿੱਧਾਂ ਆਕਾਸ਼ 'ਚ ਉੱਡਦੀਆਂ ਫਿਰਦੀਆਂ ਹਨ ਚੌਂਚ ਮਾਸ ਤੇ ਕਰਤ ਗਰਾਸ, ਤੇ ਮਾਸ ਦੀਆਂ ਚੁੰਝਾਂ ਭਰ ਕੇ ਬੋਟੀਆਂ ਖਾਂਦੀਆਂ ਹਨ। ਕੰਕ ਬੰਕ ਅਰ ਕਾਕ ਕੂਕ, ਆ ਚਿੱਟੀਆਂ ਚੀਲਾਂ ਤੇ ਕਾਲੇ ਕਾਂ ਇਹ ਰੌਲਾ ਪਾ ਰਹੇ ਹਨ। ਕਰਕਰਾਲ ਢਿਗ ਢੂਕ ਢੂਕ, ਤੇ ਕੁੱਤੇ ਜਿਹੜੇ ਹਨ ਬੜੀ ਭਿਆਨਕ ਸ਼ਕਲ ਦੇ ਵਿੱਚ ਆ ਕੇ ਮਾਸ ਖਾਂਦੇ ਹਨ। ਪਰਤ ਜੋਗਨੀ ਸਰੂਣ ਪਾਨ, ਤੇ ਕੁੱਤੇ ਜਿਹੜੀਆਂ ਜੋਗਣੀਆਂ ਹਨ ਸਾਧ ਸੰਗਤ ਜੀ ਖੱਪਰ ਭਰ ਕੇ ਲਹੂ ਦੇ ਪੀਂਦੀਆਂ ਹਨ। ਚੰਤ ਫਿਰਤ ਮੱਖ ਕਰਤ ਗਾਨ, ਨੱਚਦੀਆਂ ਫਿਰਦੀਆਂ ਨੇ
ਔਰ ਗੀਤ ਗਾਉਂਦੀਆਂ ਨੇ, ਬਹੁਤ ਸਾਰੇ ਗੀਤ ਗਾਉਂਦੀਆਂ ਨੇ। ਨੀਤ ਘਾਏ ਕਰ ਨੀਰ ਨੀਰ, ਕਹਿੰਦੇ ਨੇੜਾ ਕਰਕੇ ਫੌਜ ਨੂੰ ਧੱਕਾ ਦੇ ਕੇ ਭਜਾ ਦਿੱਤਾ ਹੈ। ਅਰੇ ਵੀਰ ਲੜ ਫੇਰ ਫੇਰ, ਬੜੇ ਬੜੇ ਸੂਰਮੇ ਲੜ ਕੇ ਹਟ ਕੇ ਹਨ ਪਿੱਛੇ। ਚਾਹੁੰਦੇ ਸਨ ਬਖੈਰੀ ਘੇਰ ਘੇਰ, ਚਾਰੇ ਪਾਸਿਓਂ ਵੈਰੀ ਨੂੰ ਘੇਰ ਘੇਰ ਕੇ ਕਾਨ ਬਾਨ ਹੱਥ ਹੀਰ ਹੀਰ, ਗੋਲੀਆਂ ਤੇ ਤੀਰਾਂ ਦਾ ਮੀਂਹ ਬਰਾਬਰ ਆ ਕੇ ਤੇ ਪ੍ਰਹਾਰ ਭੱਟ ਦੌੜ ਦੌੜ, ਔਰ ਕਹਿੰਦੇ ਸੂਰਮੇ ਦੌੜ ਦੌੜ ਕੇ ਵਾਰ ਕਰਦੇ ਹਨ ਸੈ ਉਪਾਏ ਫਿਰ ਠੌਰ ਠੌਰ, ਔਰ ਵੈਰੀ ਨੂੰ ਡਰਾ ਰਹੇ ਨੇ ਇੱਕ ਦੂਜੀ ਨੂੰ, ਦੁਸ਼ਮਣ ਨੂੰ ਤੁਰੰਤ ਪ੍ਰਹਾਰ ਬਹੁ ਮਾਰ ਮਾਰ, ਮਾਰ ਮਾਰ ਕਰਦੇ ਸ਼ਸਤਰਾਂ ਦਾ ਵਾਰ ਕਰਦੇ ਨੇ। ਅਰੇ ਸਤਰ ਪਿਨ ਟਾਰ ਟਾਰ, ਜਿਹੜਾ ਸਾਹਮਣੇ ਅੜਦਾ ਉਹਨੂੰ ਟਾਲਦੇ ਮਾਰਦੇ ਨੇ, ਭਜਾ ਦਿੰਦੇ ਨੇ। ਪ੍ਰਭ ਸਪਨ ਬਾਣ ਤੇ ਜੀਤ ਜੁੱਧ, ਮਹਾਰਾਜ 10ਵੇਂ ਪਾਤਸ਼ਾਹ ਨੇ 7 ਤੀਰਾਂ ਨਾਲ ਹੀ ਜੰਗ ਜਿੱਤ ਲਿਆ। 8ਵਾਂ ਤੀਰ ਚਲਾਣਾ ਨਹੀਂ ਪਿਆ, 7 ਬਾਣ ਚਲਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹਨਾਂ 7 ਬਾਣਾਂ ਦੇ ਨਾਲ ਹੀ ਮੋਰਚਾ ਫਤਿਹ ਕਰ ਲਿਆ ਹੈ। ਸਾਏ ਦੀਏ ਵਿੱਚ ਬਾਰ ਕਰੁੱਧ, ਦੁਸ਼ਮਣ ਨੂੰ 7 ਤੀਰਾਂ ਨਾਲ ਹੀ ਭਾਜੜ ਪਾ ਦਿੱਤੀ ਹੈ ਤੇ ਉਹਨਾਂ ਨੂੰ ਵਾੜ ਦੇ ਵਿੱਚ ਧੱਕ ਦਿੱਤਾ ਹੈ। ਫਿਰਿਓ ਗਿਓ ਬਾਹਰ ਵਿਸਾਲ, ਆ ਜਿੱਥੇ ਕੋਈ ਬਾਹਰ ਖਲੋਤਾ ਸੀ ਕਠ ਗੜੀ ਵਿਖੈ ਬਿੜਗੇ ਉਤਾਲ, ਉਹ ਛੱਡ ਕੇ ਆਪਣੇ ਮੋਰਚੇ ਤੇ ਲੱਕੜ ਦੇ ਕਿਲੇ 'ਚ ਜਾ ਵੜੇ ਨੇ, ਬਾਹਰ ਨਹੀਂ ਖਲੋ ਸਕੇ। ਬਰੇ ਬਾਰ ਪਿਖ ਬਾਰ ਬਾਰ, ਜਦੋਂ ਵੇਖਿਆ ਹੈ ਕਿ ਦੌੜ ਦੌੜ ਕੇ ਸਾਰੇ ਵਾਰੋ ਵਾਰੀ ਉਸ ਵਾਰਡ ਦੇ ਵਿੱਚ ਵੜੀ ਜਾਂਦੇ ਹਨ ਹਰ ਰਹੇ ਓਜ ਹਰ ਧਾਰ ਧਾਰ, ਔਰ ਉਥੋਂ ਬਲ ਦੇ ਨਾਲ ਮੁਕਾਬਲਾ ਕਰਨ ਲੱਗੇ ਹਨ। ਛੂਟੇ ਤੁਫੰਗ ਬੁੰਗੇਰ ਫੇਰ, ਕਹਿੰਦੇ ਫਿਰ ਉੱਚੇ ਬੁੰਗਿਆਂ ਤੋਂ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਹਨ। ਵਿੱਚ ਥਿਰ ਕਟੋਚੀਆ ਲੀਨ ਘੇਰ, ਤੇ ਕਿਰਪਾਲ ਚੰਦ ਕਟੋਚੀਏ ਨੂੰ ਸੂਰਮਿਆਂ ਨੇ ਉਸ ਵਾਰਡ ਦੇ ਵਿੱਚ ਘੇਰ ਲਿਆ ਹੈ ਚਾਰੇ ਪਾਸਿਓਂ। ਹੁਣ ਭਇਓ ਯੁੱਧ ਕ੍ਰੋਧਤ ਕਰਾਲ, ਫਿਰ ਬੜਾ ਭਿਆਨਕ ਯੁੱਧ ਹੋਇਆ ਹੈ। ਕੰਤ ਬਾਨ ਗੋਰੀ ਹਜ਼ਾਰ, ਹਜ਼ਾਰਾਂ ਤੀਰ ਗੋਲੀਆਂ ਚੱਲਦੇ ਹਨ। ਫਿਰ ਗਏ ਬੀਜ ਸਤਰੁਣ ਬਿਲੋਕ, ਕਹਿੰਦੇ ਜਦੋਂ ਕਿਰਪਾਲ ਚੰਦ ਕਟੋਚੀਏ ਨੇ ਵੇਖਿਆ ਵੀ ਅਸੀਂ ਤਾਂ ਦੁਸ਼ਮਣਾਂ ਦੇ ਘੇਰੇ 'ਚ ਆ ਗਏ ਹਾਂ, ਤਬ ਸੁਭਟ ਆਪਣੇ ਲੀਨ ਰੋਕ, ਤਾਂ ਉਹਨੇ ਆਪਣੇ ਯੋਧਿਆਂ ਨੂੰ ਰੋਕਿਆ ਹੈ। ਅਬ ਗਏ ਹਾਰ ਵਿੱਚ ਹੋਏ ਗਾਡ, ਕਹਿੰਦੇ ਹੁਣ ਸਾਡੀ ਹਾਰ ਹੋਵੇਗੀ, ਅਬ ਗਏ ਹਾਰ, ਹੁਣ ਅਸੀਂ ਹਾਰ ਜਾਵਾਂਗੇ ਕਿਉਂਕਿ ਹੁਣ ਸਾਡਾ ਜ਼ੋਰ ਨਹੀਂ ਪਵੇਗਾ। ਨਿਕਸੇ ਨ ਵਹਿਰ ਵੱਡ ਤਰਾਸ ਬਾੜ, ਮਨ ਵਿੱਚ ਸਾਰੇ ਡਰ ਗਏ ਨੇ ਵੀ ਜੇ ਬਾਹਰ ਨਿਕਲਾਂਗੇ ਤੇ ਮਾਰੇ ਜਾਵਾਂਗੇ। ਫਤਿਹ ਲੀਨ ਪ੍ਰਭ ਰਣ ਮਝਾਰ, ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਦਾਉਣ ਦਾ ਜੰਗ ਜਿੱਤ ਲਿਆ ਹੈ। ਦਿਸਨ ਵੀਰ ਲਖ ਕੈ ਉਦਾਰ, ਦੋਵਾਂ ਪਾਸਿਆਂ ਦੇ ਸੂਰਮਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਸੂਰਮਾ, ਉਹਨਾਂ ਵਰਗਾ ਜੰਗੀ ਯੋਧਾ ਕੋਈ ਨਹੀਂ ਹੈ। ਮਹਿਰੇ ਦੇ ਤਰਾਸ ਜਿਨ ਕੇ ਕਦਾਪ, ਇਹ ਐਸੇ ਸੂਰਮੇ ਹਨ ਡਰ ਨਾਂ ਦੀ ਚੀਜ਼ ਇਹਨਾਂ ਦੇ ਕੋਲੋਂ ਵੀ ਨਹੀਂ ਲੰਘੀ। ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਣ, ਇਹ ਭੈ ਤੋਂ ਰਹਿਤ ਨਿਰਭੈ ਸੂਰਮੇ ਹਨ। ਰਿਪਕੋ ਬੁਲਾਏ ਹੱਥ ਤੀਰ ਆਪ, ਕਹਿੰਦੇ ਦੁਸ਼ਮਣ ਨੂੰ ਮੈਦਾਨੇ ਜੰਗ ਚੋਂ ਭਾਜੜ ਪਾਉਣ ਵਾਲੇ ਹਨ, ਤੀਰਾਂ ਦੀ ਮੀਂਹ ਵਰਸਾਉਣ ਵਾਲੇ ਹਨ। ਪ੍ਰਥਮ ਪਾਮਟਾ ਜੀਤ ਜੰਗ, ਜਿਵੇਂ ਪੌਂਟੇ ਸਾਹਿਬ ਦਾ ਜੰਗ ਪਹਿਲਾਂ ਜਿੱਤਿਆ ਸੀ ਨਾ, ਭੰਗਾਣੀ ਦਾ ਜੰਗ ਫਤਿਹ ਕੀਤਾ ਸੀ, ਅੱਜ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਦੀ ਦੂਸਰੀ ਜੰਗ ਵੀ ਫਤਿਹ ਕਰ ਲਈ ਹੈ। ਸੈਲਪਤੀ ਕਰ ਤਰਾਸ ਸੰਗ, ਕਹਿੰਦੇ ਪਹਾੜੀ ਇਹ ਦੋਵੇਂ ਪਾਸਿਓਂ ਡਰ ਗਏ ਨੇ। ਜਿਹੜਾ ਕਿਰਪਾਲ ਚੰਦ ਕਟੋਚੀਆ ਉਹਦਾ ਡਰਿਆ ਹੀ ਆ ਵੀ ਮੇਰੇ ਸਾਥੀ ਨੂੰ ਗੁਰੂ ਨੇ ਬੰਦੂਕ ਦੀ ਗੋਲੀ ਨਾਲ ਮਾਰ ਦਿੱਤਾ। ਇਧਰੋਂ ਭੀਮ ਚੰਦ ਵਰਗੇ ਵੀ ਅੰਦਰੋਂ ਹੁਣ ਭੈ ਖਾਣ ਲੱਗ ਪਏ ਵੀ ਇਸ ਗੁਰੂ ਨੂੰ ਜਿੱਤਣਾ ਬੜਾ ਔਖਾ ਹੈ। ਜੀਤ ਪਾਈ, ਜਿਵੇਂ ਪੌਂਟੇ ਭੰਗਾਣੀ ਦਾ ਜੰਗ ਜਿੱਤਿਆ ਸੀ, ਅੱਜ 10ਵੇਂ ਪਾਤਸ਼ਾਹ ਨੇ ਨਦਾਉਣ ਦਾ ਜੰਗ ਜਿੱਤ ਲਿਆ ਹੈ। ਵੀਰ ਬਹਾਦਰ ਬਹੁ ਵਡਾਈ, ਇਹ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਵੀਰ ਬਹਾਦਰ ਹੈ, ਗੁਰੂ ਮਹਾਬਲੀ ਹੈ, ਗੁਰੂ ਮਹਾਯੋਧਾ ਹੈ। ਕਰਤ ਕੀਰਤੀ ਸੁਭਟ ਬ੍ਰਿੰਦ, ਸੂਰਮੇ ਆਪਣੇ ਆਪਣੇ ਥਾਵਾਂ ਤੇ 10ਵੇਂ ਪਾਤਸ਼ਾਹ ਦਾ ਜਸ ਕਰ ਰਹੇ ਨੇ, ਕੀਰਤੀ ਕਰ ਰਹੇ ਨੇ, ਵਾਹ ਵਾਹ ਕਰ ਰਹੇ ਨੇ। ਹਟ ਪਰੇ ਸ਼ਿਵਰ ਨਿਜ ਕਰ ਆਨੰਦ, ਜਦੋਂ ਹਨੇਰਾ ਜਿਹਾ ਪੈਣ ਲੱਗਾ ਤੇ ਸਤਿਗੁਰੂ ਮਹਾਰਾਜ ਜੀ ਜੰਗ ਫਤਿਹ ਕਰਕੇ ਪਿਛਾ ਨੂੰ ਹਟੇ ਆਪਣੇ ਡੇਰਿਆਂ 'ਚ ਆਏ ਹਨ। ਤਰੁਣ ਭਜਾਏ ਵਿੱਚ
ਬਾਰ ਬਾਰ ਦੁਸ਼ਮਣ ਨੂੰ ਭਜਾ ਕੇ ਵਾੜ ਦੇ ਵਿੱਚ ਜਿਹੜੀ ਲੱਕੜ ਦੀ ਵਾੜ ਕੀਤੀ ਹੋਈ ਸੀ ਕਿਲਾ ਬਣਾਇਆ ਸੀ। ਕਰਿਓ ਡੇਰਾ ਸੁਧਾਰ ਮਹਾਰਾਜ ਨੇ ਆਪਣੀ ਛਾਉਣੀ 'ਚ ਆ ਕੇ ਡੇਰਾ ਕੀਤਾ ਹੈ, ਪਲੰਗ ਤੇ ਬਿਰਾਜੇ ਹਨ। ਤਬ ਬਜਾਏ ਹਰ ਖੰਤ ਵੀਰ ਸੂਰਮਿਆਂ ਨੇ ਨਗਾਰਿਆਂ ਤੇ ਚੋਭਾਂ ਲਾਈਆਂ ਤੇ ਬੜੇ ਖੁਸ਼ ਹੋਏ ਹਨ। ਸਭ ਉਤਰ ਪਰੇ ਨਿਜ ਲੈ ਬਹੀਰ ਆਪੋ ਆਪਣੀ ਵੀਰ ਲੈ ਕੇ ਆਪਣੇ ਆਪਣੇ ਪੜਾਵਾਂ ਤੇ ਆ ਉਤਰੇ ਹਨ। ਗੁਰੂ ਸਿਰਵਰ ਆਪਨ ਲਗਾਏ ਮਹਾਰਾਜ ਸਾਹਿਬ ਜੀ ਨੇ ਆਪਣਾ ਡੇਰਾ ਲਾਸਣ ਲਾ ਲਿਆ ਹੈ। ਭੀਮ ਚੰਦ ਕੁਛ ਦੂਰ ਜਾਏ ਉਧਰ ਰਾਜਾ ਭੀਮ ਚੰਦ ਵੀ ਕੁਛ ਦੂਰੀ ਤੇ ਜਾ ਕੇ ਤੇਰਾ ਉਤਾਰ ਆਨੰਦ ਧਾਰ ਆਪਣੀ ਆਪਣੀ ਥਾਵਾਂ ਤੇ ਉਤਰੇ ਹਨ, ਡੇਰਾ ਕੀਤਾ ਹੈ। ਰਾਮ ਕੀਨ ਨਿਸਤਮ ਗੁਜ਼ਾਰ ਔਰ ਰਾਤ ਨੂੰ ਆਰਾਮ ਕੀਤਾ ਹੈ, ਰਾਤ ਗੁਜ਼ਾਰੀ ਹੈ। ਨਹਿ ਦਿਸੈ ਨਿਕਟ ਤੇ ਜਾਤ ਕੋਏ ਇੰਨਾ ਹਨੇਰਾ ਸੀ, ਹਨੇਰੀਆਂ ਰਾਤਾਂ ਚੱਲ ਰਹੀਆਂ ਸਨ, ਨੇੜਿਓਂ ਜਾਂਦਾ ਨਜ਼ਰ ਨਹੀਂ ਸੀ ਆਉਂਦਾ ਬੰਦਾ। ਸਭ ਖਾਨ ਪਾਨ ਕਰ ਅਰਧ ਸੋਏ ਕਹਿੰਦੇ ਕੁਛ ਖਾਣ ਪਾਣ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਅੱਧੀ ਫੌਜ ਸੌਂ ਗਈ ਹੈ। ਅਲਫ ਖਾਨ ਕਾ ਟੋਚ ਸੰਗ ਅੱਧੀ ਫੌਜ ਪਹਿਰੇ ਤੇ ਜਾਗਦੀ ਰਹੀ ਹੈ, ਕਿਉਂਕਿ ਲੜਾਈ ਦਾ ਮਾਹੌਲ ਹੈ, ਦੁਸ਼ਮਣ ਰਾਤ ਨੂੰ ਹਮਲਾ ਨਾ ਕਰ ਦੇਵੇ। ਅੱਧੀ ਫੌਜ ਨੇ ਆਰਾਮ ਕੀਤਾ ਅੱਧੀ ਰਾਤ ਤੱਕ, ਤੇ ਅੱਧੀ ਰਾਤ ਤੋਂ ਬਾਅਦ ਦੂਜੀ ਫੌਜ ਜਾਗੇਗੀ। ਇਸ ਤਰ੍ਹਾਂ ਇਹ ਤਾਂ ਆਪੋ ਆਪਣੇ ਡੇਰਿਆਂ 'ਚ ਸਾਵਧਾਨ ਹਨ। ਉੱਪਰ ਦੀ ਸੁਣੋ ਹੁਣ, ਜਿਹੜਾ ਉਹ ਲੱਕੜ ਦਾ ਕਿਲਾ ਉੱਤੇ ਬਣਿਆ ਨਦੌਣ ਦਾ, ਜਿਹਦੇ ਵਿੱਚ ਕਿਰਪਾਲ ਚੰਦ ਕਟੋਚੀਆ, ਦਿਆਲ ਚੰਦ ਬਿਜੜਵਾਲੀਆ ਤੇ ਅਲਫ ਖਾਨ ਦੀ ਫੌਜ ਹੈ। ਦਿਆਲ ਚੰਦ ਦੀ ਤਾਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਮੁਕਤੀ ਕਰ ਦਿੱਤੀ, ਉਹਦਾ ਮਾਰ ਦਿੱਤਾ ਗੋਲੀ ਦੇ ਨਾਲ। ਕਿਰਪਾਲ ਚੰਦ ਤੇ ਅਲਫ ਖਾਨ ਦੋਵੇਂ ਹੀ ਕਿਲੇ ਵਿੱਚ ਰਹਿ ਗਏ, ਆਪਸ ਵਿੱਚ ਸਲਾਹ ਕਰਦੇ ਹਨ। ਮੰਤਰ ਕੀਨ ਨਹਿ ਬਨਹਿ ਜੰਗ ਕਿਰਪਾਲ ਚੰਦ ਕਟੋਚੀਏ ਨੇ ਤੇ ਅਲਫ ਖਾਨ ਨੇ ਸਲਾਹ ਕੀਤੀ ਵੀ ਹੁਣ ਆਪਾਂ ਜਿੱਤ ਨਹੀਂ ਸਕਦੇ, ਆਪਾਂ ਗਲਤ ਛੇੜਾ ਛੇੜ ਬੈਠੇ ਹਾਂ, ਕਿਉਂਕਿ ਸਾਨੂੰ ਉਮੀਦ ਨਹੀਂ ਸੀ ਕਿ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਮਦਦ ਤੇ ਸੱਦ ਲਵੇਗਾ। ਜੇ ਗੁਰੂ ਗੋਬਿੰਦ ਸਿੰਘ ਨਾ ਆਉਂਦੇ ਫਿਰ ਅਸੀਂ ਭੀਮ ਚੰਦ ਤੋਂ ਈਨ ਮਨਵਾ ਲੈਣੀ ਸੀ, ਟੈਕਸ ਵੀ ਲੈਣਾ ਸੀ ਔਰ ਮਾਨਾਈਆਂ ਕਰਨੀਆਂ ਸੀ। ਪਰ ਹੁਣ ਉਹਦੀ ਮਦਦ ਤੇ ਮਹਾਬਲੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਗਏ ਨੇ। ਇਸ ਕਰਕੇ ਹੁਣ ਸਾਡਾ ਕੋਈ ਚਾਰਾ ਨਹੀਂ ਚੱਲਣਾ, ਜੰਗ ਸਾਥੋਂ ਜਿੱਤਿਆ ਨਹੀਂ ਜਾਣਾ। ਬਾਹਰ ਚਲੋ ਇਸ ਵਾਰ ਆਪ ਹੁਣ ਤਾਂ ਇਸ ਵਾਰੀ ਅਲਫ ਖਾਨ ਜੀ ਆਪਾਂ ਇਹ ਕਿਲਾ ਛੱਡ ਕੇ ਦੌੜ ਚੱਲੀਏ, ਨਿਕਲ ਚੱਲੀਏ, ਇਸੇ ਵਿੱਚ ਹੀ ਸਾਡੀ ਭਲਾਈ ਹੈ, ਨਹੀਂ ਤਾਂ ਅਣਆਈ ਮੌਤ ਮਾਰੇ ਜਾਵਾਂਗੇ। ਪਰ ਬਿਜੜਵਾਲੀਆ ਸੁਭੱਟ ਖਾਪ ਸਾਡਾ ਸੂਰਮਾ ਰਾਜਾ ਬਿਜੜਵਾਲੀਆ ਦਿਆਲ ਚੰਦ ਮਾਰਿਆ ਗਿਆ ਹੈ, ਬੜੇ ਬੜੇ ਯੋਧੇ ਜੰਗੀ ਸਿਪਾਹੀ ਜਰਨੈਲ ਮਾਰੇ ਗਏ ਹਨ। ਬੜੋ ਵੀਰ ਇਨਕੋ ਸਹਾਈ ਗੁਰੂ ਗੋਬਿੰਦ ਸਿੰਘ ਬੜਾ ਵੱਡਾ ਸੂਰਮਾ ਹੈ, 94 ਯੋਧਿਆਂ ਵਿੱਚੋਂ ਗਿਣਿਆ ਜਾਂਦਾ, ਉਹਦੇ ਵਰਗਾ ਕੋਈ ਸੂਰਮਾ ਨਹੀਂ ਹੈ। ਉਹ ਇਹਦੀ ਮਦਦ ਤੇ ਆ ਗਿਆ ਹੈ। ਜੇ ਗੁਰੂ ਨਾ ਆਉਂਦਾ ਫੇਰ ਅਸੀਂ ਭੀਮ ਚੰਦ ਨੂੰ ਵੇਖ ਲੈਂਦੇ। ਹੱਥ ਇੱਕ ਤੁਫਾਂਗ ਤੇ ਜੀਤ ਪਾਏ ਗੁਰੂ ਗੋਬਿੰਦ ਸਿੰਘ ਦੀ ਇੱਕੋ ਗੋਲੀ ਨੇ ਉਹਨਾਂ ਦਾ ਪਲੜਾ ਭਾਰੀ ਕਰ ਦਿੱਤਾ ਤੇ ਸਾਡਾ ਸੂਰਮਾ ਦਿਆਲ ਚੰਦ ਸਾਥੋਂ ਖੋ ਲਿਆ ਹੈ। ਹੋਏ ਪ੍ਰਾਤ ਕਮਸਾਨ ਘੋਰ ਜੇ ਕੱਲ ਸਵੇਰ ਹੋਏਗੀ, ਲੜਾਈ ਹੋਵੇਗੀ, ਦਿਨ ਚੜ੍ਹੇਗਾ, ਪਰ ਹੈ ਆਨ ਚਹੁ ਔਰ ਜੋਰ ਤਾਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ, ਪ੍ਰਿਥੀ ਚੰਦ ਦੀਆਂ ਫੌਜਾਂ, ਭੀਮ ਚੰਦ ਦੀਆਂ ਫੌਜਾਂ ਤੇ ਰਾਜੇ ਰਾਮ ਸਿੰਘ ਜਸਰੋਟੀਏ ਦੀਆਂ ਫੌਜਾਂ, ਇਹ ਸਾਰੀਆਂ ਇਕੱਠੀਆਂ ਹੋ ਕੇ ਸਾਡੇ ਤੇ ਹੱਲਾ ਕਰ ਦੇਣਗੀਆਂ। ਅੰਮ੍ਰਿਤ ਪਾਏ ਨਿਰਪ ਕੈ ਸੁਭੱਟ ਜ਼ਿਆਦਾਤਰ ਮੈਨੂੰ ਉਮੀਦ ਹੈ ਵੀ ਕੱਲ ਦੀ ਲੜਾਈ ਵਿੱਚ ਸਾਡੀ ਫੌਜ ਬਹੁਤ ਮਾਰੀ ਜਾਵੇਗੀ, ਹੋ ਸਕਦਾ ਸਾਡੀਆਂ ਵੀ ਜਾਨਾਂ ਚਲੀਆਂ ਜਾਣ। ਬਿਨ ਦਿਆਲ ਫਿਰੇ ਤਹਿ ਕੋਤ ਬੱਟ ਹੁਣ ਦਿਆਲ ਚੰਦ ਦੀ ਆਸ ਉਮੀਦ ਸੀਗੀ, ਉਹ ਲੜਦਾ ਸੀ, ਹੁਣ ਕੌਣ ਲੜੇਗਾ? ਹੁਣ ਤਾਂ ਤੁਹਾਨੂੰ ਆਪ ਅੱਗੇ ਜਾਣਾ ਪਵੇਗਾ, ਬਰੇ ਬੀਚ ਕਰ ਰੇਲ ਪੇਰ ਕਿਉਂਕਿ ਗੁਰੂ ਗੋਬਿੰਦ ਸਿੰਘ ਖੁਦ ਮੈਦਾਨ ਵਿੱਚ ਆ ਵੜੇਗਾ ਤੇ ਹਲਚਲੀ ਖਲਬਲੀ ਮਚਾ ਦੇਵੇਗਾ। ਜੇ ਗੁਰੂ ਆ ਗਿਆ ਤਾਂ ਉਹ ਤਬਾਹੀ ਮਚਾ ਦੇਵੇਗਾ, ਭੜਥੂ ਮਚਾ ਦੇਵੇਗਾ। ਓਏ ਖਰੋ ਕੌਣ ਤਿਨ ਹੇਲ ਝੇਲ ਉਹਦੇ ਸਾਹਮਣੇ ਕੌਣ ਖਲੋਵੇਗਾ? ਭੀਮ ਚੰਦ ਨਾਲ ਤਾਂ ਅਸੀਂ ਨਜਿੱਠ ਲੈਣਾ ਸੀ, ਪਰ ਹੁਣ ਗੁਰੂ ਗੋਬਿੰਦ ਸਿੰਘ ਨਾਲ ਕੌਣ ਪੂਰਾ ਉਤਰੇਗਾ? ਹਕਮਰੰਤ ਤਜ ਦੇਹੋ ਜੁਦ ਇਸ ਕਰਕੇ ਖਾਨ ਸਾਹਿਬ ਮੇਰੀ ਸਲਾਹ ਮੰਨੋ, ਬਿਨ ਆਈ ਮੌਤ ਨਾ ਮਰੀਏ,
ਆਪਾਂ ਲੜਾਈ ਛੱਡ ਕੇ ਨਿਕਲ ਚੱਲੀਏ। ਗੁਰ ਬਿਨਾ ਇਨਹੁ ਪਰ ਪੁਨਹ ਕ੍ਰੁਧ। ਜੇ ਗੁਰੂ ਨਾ ਹੋਇਆ ਨਾ ਫਿਰ ਇਹਨਾਂ ਨੂੰ ਵੇਖਾਂਗੇ। ਐਤਕੀ ਗੁਰੂ ਇਹਨਾਂ ਦੇ ਨਾਲ ਹੈ। ਇੱਕ ਵਾਰੀ ਗੁਰੂ ਨੂੰ ਇਹਨਾਂ ਤੋਂ ਥੋੜ੍ਹਾ ਜਿਹਾ ਲਾਂਭੇ ਜਾਣ ਦਿਓ, ਗੁਰੂ ਵਾਪਸ ਚਲਾ ਜਾਵੇ, ਫਿਰ ਆਪਾਂ ਵੀਰ ਰਸ ਦੇ ਵਿੱਚ ਆ ਕੇ ਇਹਨਾਂ ਤੇ ਹੱਲਾ ਕਰਾਂਗੇ ਕਰ ਮਹਾ ਜੰਗ ਜੀਤੈ ਨਿਸੰਗ। ਔਰ ਮਹਾ ਜੰਗ ਯੁੱਧ ਕਰਾਂਗੇ, ਇਹਨਾਂ ਨੂੰ ਜਿੱਤ ਲਵਾਂਗੇ। ਇਕ ਰੰਗ ਸਦਾ ਹਮ ਤੋਹਿ ਸੰਗ। ਹਾਂ ਹੇ ਅਲਫ ਖਾਨ ਜੀ, ਅਸ ਤੁਹਾਡਾ ਸਾਡਾ ਪਿਆਰ ਇਵੇਂ ਹੀ ਰਹਿਣਾ। ਅਸੀਂ ਇੱਕ ਰਸ ਤੁਹਾਡੇ ਨਾਲ ਰਵਾਂਗੇ, ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਪੈਣ ਦਿਆਂਗੇ। ਇਹ ਤੁਸੀਂ ਸਾਡੇ ਤੇ ਵਿਸ਼ਵਾਸ ਕਰ ਲਓ। ਜਿਮ ਚਲਤ ਬਾਤ ਸੁਨ ਅਲਫ ਖਾਨ। ਇਹ ਜਦੋਂ ਕਿਰਪਾਲ ਚੰਦ ਨੇ ਗੱਲ ਕਹੀ ਹੈ, ਅਲਫ ਖਾਨ ਪਠਾਨ ਨੇ ਸੁਣੀ ਹੈ। ਮਨ ਜਾਨ ਮਾਨ ਸਨਮਾਨ ਠਾਨ। ਉਹਨੂੰ ਵਿਚਾਰਿਆ ਗੱਲ ਨੂੰ, ਉਹਨੂੰ ਸਮਝ ਆ ਗਈ। ਉਹਨੂੰ ਵੀ ਦਿਸਦਾ ਪਿਆ ਸੀ ਵੀ ਕਿਰਪਾਲ ਚੰਦ ਠੀਕ ਕਹਿ ਰਿਹਾ ਹੈ। ਹੁਣ ਮੌਤ ਹੀ ਮੌਤ ਹੈ ਚਾਰੇ ਪਾਸੇ। ਅਸੀਂ ਗਲਤ ਛੇੜਾ ਛੇੜ ਲਿਆ ਹੈ, ਕਿਉਂਕਿ ਸਾਡੇ ਦੁਸ਼ਮਣਾਂ ਦੇ ਨਾਲ ਉਹਨਾਂ ਦੀ ਮਦਦ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆ ਗਏ ਹਨ। ਸਾਡੇ ਬਚਣ ਦੀ ਹੁਣ ਕੋਈ ਆਸ ਨਹੀਂ ਹੈ। ਕੀ ਭਨਤ ਹਮ ਆਏ ਫੇਰ। ਇਹ ਕਿਰਪਾਲ ਚੰਦ ਠੀਕ ਕਹਿੰਦਾ ਕਿ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਨੂੰ ਵਾਪਸ ਜਾ ਲੈਣ ਦਿਓ, ਲਾਂਭੇ ਹੋ ਲੈਣ ਦਿਓ, ਅਸੀਂ ਫਿਰ ਹਮਲਾ ਕਰਾਂਗੇ ਬਹੁ ਦੀਨ ਦੰਡ ਇਨ ਘੇਰ ਘੇਰ। ਤੇ ਇਹਨਾਂ ਨੂੰ ਘੇਰ ਘੇਰ ਕੇ ਮਾਰਾਂਗੇ। ਮੰਤਰ ਠਾਨ ਸਵਧਾਨ ਹੋਏ। ਇਸ ਤਰ੍ਹਾਂ ਸਲਾਹ ਕਰਕੇ ਸਾਧ ਸੰਗਤ ਜੀ ਨਾ ਸਾਰਿਆਂ ਨੇ ਵਿਚਾਰ ਕਰਕੇ ਮਨ ਸਿਕਰ ਤਿਆਰ ਇਸ ਰੀਤ ਸੋਏ। ਛੇਤੀ ਨਾਲ ਤਿਆਰੀ ਕੀਤੀ ਹੈ ਨਰ ਬਿਠਾਏ ਉੱਚੇ ਸਥਾਨ। ਔਰ ਇੱਕ ਬੰਦੇ ਨੂੰ ਉੱਚੀ ਥਾਂ ਤੇ ਉੱਚੇ ਟਾਂਗੂ ਬਣਾ ਕੇ ਬਿਠਾ ਦਿੱਤਾ ਹੈ ਅਗਰ ਧਰਿਓ ਤੁੰਦਬ ਮਹਾਨ। ਤੇ ਉੱਚੀ ਥਾਂ ਤੇ ਨਗਾਰਾ ਰੱਖ ਦਿੱਤਾ ਉਹ ਬੰਦੇ ਦੇ ਅੱਗੇ ਵੀ ਤੂੰ ਨਗਾਰਾ ਵਜਾਈ ਚੱਲੀ। ਸਭ ਨਿਸ਼ਾ ਬਜਾਵਤ ਰਹੋ ਇਹੋ। ਉਹਨੂੰ ਇਹ ਕਹਿਤਾ ਵੀ ਸਾਰੀ ਰਾਤ ਨਗਾਰਾ ਵੱਜਦਾ ਰਹਿਣਾ ਚਾਹੀਦਾ ਹੈ। ਜਬ ਲਖੈ ਪ੍ਰਾਤ ਉਠ ਤਿਆਗ ਦੇਹੋ। ਜਦੋਂ ਵੇਖੇ ਵੀ ਸਵੇਰ ਹੋਈ ਹੈ ਤਾਂ ਉਸ ਵੇਲੇ ਨਗਾਰਾ ਛੱਡ ਕੇ ਤੂੰ ਵੀ ਭੱਜ ਜਾਵੀਂ। ਚਲ ਆਓ ਭਾਜ ਸਮਝਾਏ ਤਾਹੇ। ਤੂੰ ਉਸ ਵੇਲੇ ਨਗਾਰਾ ਛੱਡ ਕੇ ਜਦੋਂ ਸਵੇਰ ਦੇ 5-6 ਵੱਜਣਗੇ ਉਦੋਂ ਨਿਕਲ ਆਵੀਂ। ਉਸ ਤੋਂ ਪਹਿਲਾਂ ਨਗਾਰਾ ਬੰਦ ਨਾ ਕਰੀ, ਤਾਂ ਕਿ ਗੁਰੂ ਗੋਬਿੰਦ ਸਿੰਘ ਨੂੰ ਇਹ ਜਾਂ ਉਹਦੇ ਸਾਥੀਆਂ ਨੂੰ, ਭੀਮ ਚੰਦ ਨੂੰ ਇਹ ਭੁਲੇਖਾ ਪਿਆ ਰਵੇ ਕਿ ਫੌਜ ਅਜੇ ਕਿਲੇ ਦੇ ਅੰਦਰ ਹੀ ਹੈ। ਇਹ ਕਹਿ ਕੇ ਅਲਫ ਖਾਨ ਤੇ ਕਿਰਪਾਲ ਚੰਦ ਕਟੋਚੀਆ ਆਪਣੀ ਫੌਜ ਸਮੇਤ ਘੋੜਿਆਂ ਤੇ ਸਵਾਰ ਹੋ ਕੇ ਉਸ ਨਦੌਣ ਦੇ ਲੱਕੜ ਦੇ ਕਿਲੇ ਚੋਂ ਖਿਸਕ ਗਏ ਹਨ। ਕਰਨ ਗਤੀ ਸਭ ਆਪਨ ਧਾਰ। ਕਹਿੰਦੇ ਆਪਣੀ ਹਾਲਤ ਮਾੜੀ ਵੇਖ ਕੇ ਇਹਨਾਂ ਨੇ ਤਸਕਰਨ ਗਤੀ ਸਭ ਆਪਨ ਧਾਰ। ਚੋਰਾਂ ਵਾਲੀ ਗਤੀ, ਜਿਹੜੀ ਚੋਰਾਂ ਦੀ ਹਾਲਤ ਹੁੰਦੀ ਹੈ ਨਾ ਵੀ ਚੋਰ ਭੱਜ ਜਾਂਦੇ, ਰਾਤ ਨੂੰ ਚੋਰੀ ਭੱਜ ਗਏ ਹਨ। ਕਰਮਾਉਣ ਵਹਿਰ ਨਿਕਸੇ ਪਧਾਰ। ਚੁੱਪ ਚਪੀਤੇ ਰਾਤ ਨੂੰ ਇਹ ਨਿਕਲੇ ਹਨ। ਲਖੇ ਜਾਤ ਕਮਨੇ ਸੁਧਾਮ। ਕਹਿੰਦੇ ਘਰ ਜਾਂਦੇ ਹੋਏ ਨਜ਼ਰ ਨਹੀਂ ਆਉਂਦੇ। ਇਹਨਾਂ ਦੀ ਹਾਲਤ ਇਹ ਹੋ ਗਈ ਕਿੱਧਰ ਨੂੰ ਭੱਜ ਗਏ ਹਨ। ਗੁਰ ਆਦ ਇਨਹੁ ਸਭ ਕਰ ਆਰਾਮ। ਇਧਰ ਮਹਾਰਾਜ 10ਵੇਂ ਪਾਤਸ਼ਾਹ ਭੀਮ ਚੰਦ, ਰਾਮ ਸਿੰਘ ਜਸਰੋਟੀਆ, ਪ੍ਰਿਥੀ ਚੰਦ ਡਡਵਾਲੀਆ, ਇਹਨਾਂ ਸਾਰਿਆਂ ਨੇ ਆਰਾਮ ਕੀਤਾ ਆਪਣੇ ਆਪਣੇ ਡੇਰਿਆਂ ਵਿੱਚ। ਜਬ ਭਈ ਭੋਰ ਸੁੰਦਬ ਸੁਨਤ। ਜਦੋਂ ਸਵੇਰ ਹੋਈ ਹੈ ਨਗਾਰਾ ਰਾਤ ਵੱਜਦਾ ਸੁਣਾਈ ਦਿੰਦਾ ਰਿਹਾ ਇਹਨਾਂ ਨੂੰ। ਵਿੱਚ ਹੈ ਮਵਾਸ ਸਗਰੇ ਭਣੰਤ। ਸਾਰੇ ਇਹ ਕਹਿ ਰਹੇ ਸਨ ਵੀ ਅਜੇ ਤੱਕ ਕਿਰਪਾਲ ਚੰਦ ਤੇ ਅਲਫ ਖਾਨ ਪਹਾੜ ਦੇ ਉਸ ਕਿਲੇ ਵਿੱਚ ਹੀ ਬੈਠੇ ਹਨ, ਕਿਉਂਕਿ ਨਗਾਰੇ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਤਬ ਗਇਓ ਬਜਾਮਨ ਹਾਰ ਭਾਜ। ਪਰ ਜਦੋਂ ਸਵੇਰ ਹੋਈ ਤਾਂ ਉਹ ਨਗਾਰਚੀ ਵੀ ਆਪਣੀ ਜਾਨ ਲੈ ਕੇ ਦੌੜ ਗਿਆ। ਲੋਕਲੀਨ ਸੁਨੋ ਸਮਾਜ। ਕਹਿੰਦੇ ਉਹਨੇ ਜਾ ਕੇ ਲੋਕਾਂ ਨੇ ਵੇਖਿਆ ਬਈ ਸਾਰਾ ਹੀ ਕਿਲਾ ਖਾਲੀ ਪਿਆ ਹੈ। ਲੱਕੜ ਦੇ ਕਿਲੇ ਵਿੱਚ ਜਿੱਥੇ ਕੱਲ ਅਲਫ ਖਾਨ ਦਾ ਅਤੇ ਕਿਰਪਾਲ ਚੰਦ ਕਟੋਚੀਏ ਦਾ ਤੇ ਦਿਆਲ ਚੰਦ ਬਿਜੜਵਾਲੀਏ ਦਾ ਦਲ ਸੀ, ਉਹ ਸਾਰਾ ਹੀ ਉੱਥੋਂ ਚਾਲੇ ਪਾ ਗਿਆ ਹੈ। ਕਹਿੰਦੇ ਵੈਰੀ ਆਪਣੀ ਲਾਜ ਛੱਡ ਕੇ ਬੇਸ਼ਰਮਾਂ ਦੀ ਤਰ੍ਹਾਂ ਚੋਰਾਂ ਦੀ ਤਰ੍ਹਾਂ ਭੱਜ ਗਏ ਹਨ।
ਖਾਨਾਨ ਲੀਨ। ਕਹਿੰਦੇ ਗਾ ਅਲਫ ਖਾਨ, ਕਹਿੰਦੇ ਅਲਫ ਖਾਨ ਚਲਾ ਗਿਆ ਖਾਨਾ ਨੂੰ ਨਾਲ ਲੈ ਕੇ। ਨਹਿ ਥਿਰ ਕਟੋਚੀਆ ਧੀਰ ਧਾਰ। ਤੇ ਕਿਰਪਾਲ ਚੰਦ ਕਟੋਚੀਏ ਨੇ ਵੀ ਹੌਸਲਾ ਨਹੀਂ ਕੀਤਾ, ਉਹ ਵੀ ਨਹੀਂ ਟਿਕਿਆ। ਨਹਿ ਅਰੇ ਮੂਡ ਗੀਦੀ ਗਵਾਰ। ਉਹ ਮੂਰਖ ਗੀਦੀ ਗਵਾਰਾਂ ਦੀ ਤਰ੍ਹਾਂ ਭੱਜ ਗਏ ਹਨ, ਅੜ ਨਹੀਂ ਸਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ। ਅਬ ਸਰਬ ਬਾਹਨੀ ਕੇਰ ਵੀਰ। ਸਾਰੀ ਫੌਜ ਦੇ ਯੋਧਿਆਂ ਨੂੰ ਲੈ ਕੇ ਸਨਦ ਬੱਧ ਕੀ ਬਾਰ ਤੀਰ। ਮਹਾਰਾਜ ਦਸਵੇਂ ਪਾਤਸ਼ਾਹ ਰਾਜਾ ਭੀਮ ਚੰਦ, ਰਾਜਾ ਪ੍ਰਿਥੀ ਚੰਦ, ਰਾਮ ਸਿੰਘ ਜਸਵਾਲ ਰੋਟੀਆ, ਇਹ ਸਾਰੇ ਰਾਜੇ ਕਮਰ ਕੱਸੇ ਕਰਕੇ ਸ਼ਸਤਰ ਬਸਤਰ ਸਜਾ ਕੇ ਜਦੋਂ ਲੱਕੜ ਦੀ ਵਾੜ ਦੇ ਨੇੜੇ ਗਏ ਨੇ, ਸਭ ਹੁਣ ਜਾਏ ਲੀਨੋ ਨਿਹਾਰ। ਸਾਰਿਆਂ ਨੇ ਜਾ ਕੇ ਵੇਖਿਆ ਵਾੜ ਖਾਲੀ ਪਈ ਹੈ। ਭੀਰ ਭੂਰ ਬਾਜੇ ਵਾਜੇ ਵਿਚਾਰ। ਵਿਚਾਰ ਕੀਤੀ ਹੈ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਵੀ ਇਹ ਤਾਂ ਕਾਇਰਾਂ ਦਾ ਟੋਲਾ ਸੀਗਾ ਜਿਹੜਾ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਪ੍ਰਤਾਪ ਵੇਖ ਕੇ ਭੱਜ ਗਏ ਹਨ। ਮਨ ਹਰਖ ਧਾਰ ਕਰ ਜੀਤ ਬਾਤ। ਰਾਜਾ ਭੀਮ ਚੰਦ ਬੜਾ ਖੁਸ਼ ਹੋਇਆ, ਚਲੋ ਮੇਰੀ ਜਿੱਤ ਹੋ ਗਈ ਹੈ। ਸੁਨ ਭੀਮ ਚੰਦ ਆਨੰਦ ਗਾਤ। ਰਾਜਾ ਭੀਮ ਚੰਦ ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ ਹੈ। ਸਭ ਨਿਕਟ ਨਦਾਉਣ ਡੇਰਾ ਸੁਡਾਰ। ਨਦਾਉਣ ਦੇ ਨੇੜੇ ਸਾਧ ਸੰਗਤ ਜੀ ਭੀਮ ਚੰਦ ਨੇ ਡੇਰਾ ਕਰ ਲਿਆ ਹੈ। ਨਿਸ਼ਚਿੰਤ ਹੋਏ ਲੈ ਜੀਤ ਸਾਰ। ਨਿਸ਼ਚਿੰਤ ਹੋ ਕੇ ਨਦਾਉਣ ਦੀ ਥਾਂ ਤੇ ਛਾਉਣੀ ਪਾਈ ਹੈ। ਸੁੰਦਰ ਤੁਰੰਗ ਸਰਤਾ ਬਿਲੋਕ। ਕਹਿੰਦੇ ਬੜਾ ਸੋਹਣਾ ਸੁੰਦਰ ਦਰਿਆ ਨਦੀ ਵਗ ਰਹੀ ਹੈ। ਜਲ ਬਿਮਲ ਵਿਪਾਸਾ ਚਲ ਅਰੋਕ। ਕਹਿੰਦੇ ਬਿਆਸਾ ਦਰਿਆ ਦਾ ਨਿਰਮਲ ਨੀਲਾ ਪਾਣੀ ਹੈ ਜਿਹਨੂੰ ਕੋਈ ਰੋਕ ਨਹੀਂ ਸਕਦਾ। ਪਹਾੜਾਂ ਵਿੱਚੋਂ ਵਲ ਖਾਂਦੀ ਹੋਈ ਬਿਆਸਾ ਨਦੀ ਆ ਰਹੀ ਹੈ, ਉਹਦੇ ਕੰਢੇ ਉੱਤੇ ਇਹ ਨਦਾਉਣ ਦਾ ਕਿਲਾ ਹੈ। ਇਸ ਤੀਰ ਤੀਰ ਮੁਰ ਥਾਨ ਨੀਕ। ਮਹਾਰਾਜ ਦਸਵੇਂ ਪਾਤਸ਼ਾਹ ਜੀ ਉਸ ਦਰਿਆ ਦੇ ਕੰਢੇ ਤੇ ਪੁੜਾਂ ਕੀਤਾ ਹੈ। ਸਿਵਰ ਕੀਨ ਉਤਰੀ ਅਨੀਕ। ਮਹਾਰਾਜ ਦੀ ਫੌਜਾਂ ਵੀ ਉੱਥੇ ਉਤਰੀਆਂ ਨੇ ਤੇ ਮਹਾਰਾਜ ਆਪ ਵੀ ਉੱਥੇ ਡੇਰਾ ਕੀਤਾ ਹੈ। ਕਰੈ ਸਗਲ ਪ੍ਰਭ ਕੋ ਵਿਸਾਲ। ਸਾਰੀਆਂ ਛਾਉਣੀਆਂ ਦੇ ਵਿੱਚ, ਸਾਰਿਆਂ ਡੇਰਿਆਂ ਵਿੱਚ, ਸਾਰੇ ਰਾਜਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਸ ਹੋ ਰਿਹਾ ਹੈ। ਸੇਵਕ ਨਿਵਾਜ ਰਿਪ ਕੋ ਕਰਾਲ। ਕਿ ਮਹਾਰਾਜ ਗਰੀਬ ਨਵਾਜ ਹਨ, ਸੇਵਕਾਂ ਨੂੰ ਮਾਣ ਦੇਣ ਵਾਲੇ, ਸ਼ਰਨ ਆਇਆਂ ਦੀ ਲਾਜ ਰੱਖਣ ਵਾਲੇ ਤੇ ਵੈਰੀਆਂ ਦੇ ਲਈ ਕਾਲ ਦਾ ਰੂਪ ਹਨ। ਦਿਨ ਬਿਤਾਏ ਕਰ ਖਾਨ ਪਾਨ। ਇੱਕ ਦਿਨ ਹੋਰ ਬੜੇ ਆਰਾਮ ਨਾਲ ਉੱਥੇ ਬਿਆਸਾ ਦੇ ਕੰਢੇ ਤੇ ਰੁਕੇ ਹਨ, ਲੰਗਰ ਪ੍ਰਸ਼ਾਦ ਬਣਾ ਕੇ ਛਕਿਆ ਹੈ। ਸਤਿਗੁਰ ਬਿਰਾਜ ਉੱਚੇ ਸਥਾਨ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਉੱਚੀ ਥਾਂ ਤੇ ਬਿਰਾਜੇ ਹਨ। ਬਹੁ ਖਰੇ ਸਰੋਵਰ ਸਹਿਤ ਸੈਲ। ਔਰ ਬੜੇ ਦਰਖਤ ਖੜੇ ਹਨ ਪਹਾੜਾਂ ਦੇ ਵਿੱਚ ਉੱਚੇ ਉੱਚੇ। ਸਲਤਾਸ ਬੇਦ ਕੀ ਕਰਤ ਸੈਲ। ਔਰ ਬੜੀ ਸੋਹਣੀ ਨਦੀ ਜਿਹੜੀ ਬਿਆਸਾ ਹੈ, ਨੀਲੀ ਉਹਦਾ ਨੀਲਾ ਜਲ ਹੈ ਤੇ ਬੜੀ ਮਨਮੋਹਣੀ ਉਹ ਜਗ੍ਹਾ ਹੈ। ਉਹਦੀ ਮਹਾਰਾਜ ਸੈਲ ਕਰ ਰਹੇ ਨੇ, ਪਹਾੜਾਂ ਦੀ ਸੈਲ ਕਰ ਰਹੇ ਨੇ। ਡੇਰਾ ਮੁਕਾਮ। ਕਈ ਦਿਨ ਇੱਥੇ ਮਹਾਰਾਜ ਨੇ ਆਸਣ ਰੱਖਿਆ ਹੈ, ਡੇਰਾ ਕੀਤਾ ਹੈ। ਰਾਜਨ ਦਿਖਾਏ ਆਪਣੇ ਸੁਧਾਮ। ਤੇ ਰਾਜਿਆਂ ਨੇ ਵੀ ਆਪਣੇ ਘਰਾਂ ਵਿੱਚ ਚਰਨ ਪਵਾਏ ਹਨ। ਜਿਹੜੇ ਰਾਜੇ ਦਸਵੇਂ ਪਾਤਸ਼ਾਹ ਦੇ ਪਹਿਲਾਂ ਵਿਰੋਧੀ ਬਣੇ ਹੋਏ ਸਨ, ਭੀਮ ਚੰਦ ਵਰਗੇ, ਉਹ ਹੁਣ ਕਹਿੰਦੇ ਫਿਰਦੇ ਮਹਾਰਾਜ ਸਾਡੇ ਮਹਿਲਾਂ 'ਚ ਚਰਨ ਪਾਓ, ਸਾਡੇ ਕਿਲਿਆਂ 'ਚ ਚਰਨ ਪਾਓ, ਸਾਡੀ ਸੈਰਗਾਹ ਵਿੱਚ ਚਰਨ ਪਾਓ। ਤੇ ਹੁਣ ਮਹਾਰਾਜ ਨੂੰ ਤਰਲੇ ਕੱਢਦੇ ਹਨ ਕਿ ਸਾਡੇ ਘਰ ਚਰਨ ਪਾ ਕੇ ਘਰਾਂ ਨੂੰ ਪਵਿੱਤਰ ਕਰੋ। ਸਭ ਕੋ ਪ੍ਰਸੰਨ ਸਭ ਭਾਂਤ ਕੀਨ। ਰਾਜਾ ਭੀਮ ਚੰਦ ਸਤਿਗੁਰਾਂ ਨੂੰ ਹਰ ਤਰ੍ਹਾਂ ਨਾਲ ਖੁਸ਼ ਕਰਨ ਦਾ ਯਤਨ ਕਰ ਰਿਹਾ ਹੈ। ਸੁਜਸ ਕਹੈ ਬਨ ਅਗਰ ਦੀਨ। ਹੱਥ ਜੋੜ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਜੰਗ ਜਿੱਤਿਆ ਹਾਂ, ਨਹੀਂ ਤਾਂ ਮੇਰੀ ਕੋਈ ਹਾਲਤ ਨਹੀਂ ਸੀ। ਐਨੇ ਦੁਸ਼ਮਣ ਚੜ੍ਹ ਕੇ ਆ ਗਏ ਸਨ। ਮੁਗਲਾਂ ਦੀ ਫੌਜ, ਅਲਫ ਖਾਨ ਪਠਾਣਾਂ ਦੀ ਫੌਜ ਲੈ ਕੇ ਆ ਗਿਆ ਸੀ। ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਮੈਨੂੰ ਇਸ ਬਲਾਤ ਤੋਂ ਬਚਾ ਲਿਆ ਹੈ। ਬ੍ਰਿੰਦ ਸਰਬ ਭੈ ਭੀਤ ਹੋਏ। ਜਿੰਨੇ ਵੈਰੀ ਸਨ ਸਾਰੇ ਭੈ ਭੀਤ ਕਰ ਦਿੱਤੇ ਹਨ। ਆਪ ਜੀ ਤੋਂ ਡਰਦਾ ਮਾਰਾ ਅਲਫ ਖਾਨ ਰਾਤੋਂ ਰਾਤ ਭੱਜ ਗਿਆ। ਸਤਿਗੁਰੂ ਜੀ ਤੁਹਾਡੀ ਝਾਲ ਨਹੀਂ ਚੱਲ ਸਕਿਆ। ਬੜੇ ਪ੍ਰਤਾਪ ਭਾਗੇ ਸੋ ਜੋਏ। ਮਹਾਰਾਜ ਤੁਹਾਡੇ ਪ੍ਰਤਾਪ ਦੇ ਨਾਲ ਭੱਜੇ ਹਨ ਵੈਰੀ, ਅਸੀਂ ਨਹੀਂ ਸੀ ਭਜਾ ਸਕਦੇ ਉਹਨਾਂ ਨੂੰ।
ਤੁਹਾਡੇ ਤੀਰਾਂ ਦੀ ਕਰਾਮਾਤ ਹੈ ਕਲਗੀਧਰ ਪਾਤਸ਼ਾਹ ਜੀ ਕਿ 7 ਤੀਰਾਂ ਦੇ ਨਾਲ ਤੁਸੀਂ ਮੋਰਚਾ ਫਤਿਹ ਕਰ ਲਿਆ ਹੈ। इस रीत दियोस के तक बिताए। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਦਿਨ ਇਤਿਹਾਸ ਵਿੱਚ ਕਈਆਂ ਵਿਦਵਾਨਾਂ ਨੇ 16 ਕਈ 17 ਦਿਨ ਇਸ ਤਰ੍ਹਾਂ ਦੱਸੇ ਨੇ ਮਹਾਰਾਜ ਨਦੌਣ ਦੇ ਇਲਾਕੇ 'ਚ ਗੁਜ਼ਾਰ ਕੇ। गुर करत आनंद जल तट सुहाए। ਸੋ ਮਹਾਰਾਜ 10ਵੇਂ ਪਾਤਸ਼ਾਹ ਬੜਾ ਸੁੰਦਰ ਬਿਆਸਾ ਦੇ ਕੰਢੇ ਤੇ ਆਨੰਦ ਮਾਣਿਆ ਹੈ। ਉਹ ਕਥਾ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ, ਹੇ ਸਮਰਥ